ਹੈਲੋ ਐਵਰੀਵਨ, ਕਿਵੇਂ ਹੋ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ। ਸੋ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਚਾਹੁੰਦੀ ਹਾਂ ਕਿ 12th ਜੋ ਕਲਾਸ ਹੈ ਉਹਨਾਂ ਦੀ ਡੇਟ ਸ਼ੀਟ ਜਿਹੜੀ ਆ PSP ਸਾਈਟ 'ਤੇ, ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਉਹਨਾਂ ਦੀ ਸਾਈਟ ਆ, ਉੱਥੇ ਅਪਲੋਡ ਕਰ ਦਿੱਤੀ ਹੋਈ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਆਪਣੀ ਡੇਟ ਸ਼ੀਟ ਚੈੱਕ ਕਰੋ। ਸਾਰੀ ਸਟਰੀਮ ਦੇ ਜੋ ਉਹਨਾਂ ਨੇ ਸਾਰਾ ਪੇਪਰ ਨੇ, ਜੋ ਕਿਸ ਤਰ੍ਹਾਂ ਉਹਨਾਂ ਨੇ ਪੇਪਰ ਲੈਣਾ, ਸਭ ਕੁਝ ਸੈੱਟ ਕੀਤਾ ਹੋਇਆ ਵਾ। ਸੋ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਡੇਟ ਸ਼ੀਟ ਚੈੱਕ ਕਰੋ। ਸੋ ਹੁਣ ਅਸੀਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਸਿੱਖ ਮਿਸਲਾਂ ਦੀ ਉਤਪੱਤੀ ਅਤੇ ਉਥਾਨ। ਸੋ ਸਿੱਖ ਮਿਸਲਾਂ ਦੀ ਉਤਪੱਤੀ ਅਤੇ ਉਥਾਨ, ਉਹਨਾਂ ਦਾ ਵਿਕਾਸ ਅਤੇ ਉਹਨਾਂ ਦਾ ਸੰਗਠਨ ਕਿਵੇਂ ਹੋਇਆ, ਅੱਜ ਅਸੀਂ ਉਸ ਬਾਰੇ ਗੱਲ ਕਰਾਂਗੇ। ਜਿਵੇਂ ਕਿ ਸਾਨੂੰ ਪਤਾ ਵਾ ਕਿ ਅਫਗਾਨ ਆਕਰਮਣਕਾਰੀ ਜੋ ਅਹਿਮਦ ਸ਼ਾਹ ਅਬਦਾਲੀ ਸੀਗਾ, ਉਹਦਾ ਸ਼ਾਸਨ ਕਾਲ 1747 ਈਸਵੀ ਤੋਂ ਲੈ ਕੇ 1767 ਈਸਵੀ ਤੱਕ ਰਿਹਾ। ਉਹਨੇ ਪੰਜਾਬ ਵਿੱਚ 8 ਵਾਰ ਆਕਰਮਣ ਕੀਤਾ। ਠੀਕ ਹੈ, ਜਿਨ੍ਹਾਂ ਦਾ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ, ਪਰ ਉਹ ਫਿਰ ਵੀ ਸਿੱਖਾਂ ਦੀ ਸ਼ਕਤੀ ਨੂੰ ਕੁਚਲ ਨਹੀਂ ਸਕਿਆ। ਠੀਕ ਹੈ, ਅੱਕ ਹਾਰ ਕੇ ਜੋ ਅਹਿਮਦ ਸ਼ਾਹ ਅਬਦਾਲੀ ਉਹ ਨਿਰਾਸ਼ ਹੋ ਕਰ ਵਾਪਸ ਅਫਗਾਨਿਸਤਾਨ ਚਲਾ ਜਾਂਦਾ ਵਾ। ਇਸੀ ਚੀਜ਼ ਦਾ ਲਾਭ ਉਠਾ ਕੇ ਸਿੱਖਾਂ ਨੇ ਪੰਜਾਬ ਦੇ ਵਿਭਿੰਨ ਭਾਗਾਂ ਦੇ ਵਿੱਚ 12 ਸੁਤੰਤਰ ਰਾਜ ਸਥਾਪਿਤ ਕਰ ਲਿੱਤੇ, ਜਿਨ੍ਹਾਂ ਨੂੰ ਕਿ ਸਿੱਖ ਮਿਸਲਾਂ ਕਿਹਾ ਜਾਂਦਾ ਵਾ। ਠੀਕ ਹੈ, ਉਹਨਾਂ ਦਾ ਇਹ ਰਾਜ ਜੋ ਇੱਕ ਸਿੱਖ ਮਿਸਲਾਂ ਦਾ ਰਾਜ ਸੀਗਾ, ਉਹ ਰਾਜ 1767 ਈਸਵੀ ਤੋਂ ਲੈ ਕੇ 1799 ਈਸਵੀ ਤੱਕ ਰਿਹਾ ਵਾ। ਠੀਕ ਹੈ, ਸੋ ਇਹ ਜੋ ਟਾਈਮ ਪੀਰੀਅਡ ਸੀਗਾ, ਇਹਨਾਂ ਨੂੰ ਮਿਸਲ ਯੁੱਗ ਕਿਹਾ ਜਾਂਦਾ ਹੈ। ਇਹ ਸਾਰਾ ਮਿਸਲ ਯੁੱਗ ਸੀਗਾ। ਠੀਕ ਹੈ, ਸੋ ਜਿਵੇਂ ਆਪਾਂ ਅੱਗੇ ਹਿਸਟਰੀ ਪੜ੍ਹਦੇ ਹਾਂ ਅਤੇ ਸਾਨੂੰ ਪੜ੍ਹਨ ਨੂੰ ਮਿਲਦਾ ਵਾ ਕਿ ਜਦੋਂ 1799 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਸਾਰੀਆਂ ਮਿਸਲਾਂ ਨੂੰ ਜਿੱਤ ਕੇ, ਠੀਕ ਹੈ, ਇਹ 12 ਮਿਸਲਾਂ ਵਾ, ਮੋਸਟਲੀ ਉਹਨਾਂ ਨੇ ਸਾਰੀਆਂ ਮਿਸਲਾਂ ਨੂੰ ਜਿੱਤ ਕੇ ਇੱਕ ਮਹਾਨ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਸੀਗੀ। ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਚੈਪਟਰ ਪੜ੍ਹਾਂਗੇ ਤਾਂ ਸਾਨੂੰ ਉਹਦੇ 'ਚ ਜ਼ਰੂਰ ਪੜ੍ਹਨ ਨੂੰ ਮਿਲੇਗਾ। ਠੀਕ ਹੈ, ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਕਿਵੇਂ ਹੋਂਦ 'ਚ ਆਈਆਂ। ਸਿੱਖ ਮਿਸਲਾਂ ਦੀ ਉਤਪੱਤੀ ਦੇ ਪੜਾਅ। ਸਭ ਤੋਂ ਮੇਨ ਗੱਲ ਸੀਗੀ ਕਿ ਜਦੋਂ ਤੱਤ ਖਾਲਸਾ ਅਤੇ ਬੰਦਈ ਖਾਲਸਾ ਬਣ ਗਏ। ਤੱਤ ਖਾਲਸਾ ਵਾਲੇ ਜਿਹੜੇ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਸੀਗੇ, ਅਤੇ ਜੋ ਬੰਦਈ ਖਾਲਸਾ ਵਾਲੇ ਸੀਗੇ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਰੂ ਮੰਨਦੇ ਸੀਗੇ। ਠੀਕ ਹੈ, ਸੋ ਇਹਨਾਂ ਵਿੱਚ ਕੀ ਡਿਫਰੈਂਸ ਹੈ ਉਹ ਅਸੀਂ ਪਹਿਲੇ ਚੈਪਟਰ ਵਿੱਚ ਕਲੀਅਰ ਕਰ ਚੁੱਕੇ ਹਾਂ। ਬੁੱਢਾ ਦਲ ਅਤੇ ਤਰਨਾ ਦਲ। ਨਵਾਬ ਕਪੂਰ ਸਿੰਘ ਨੇ 1734 ਈਸਵੀ ਵਿੱਚ ਸਿੱਖਾਂ ਨੂੰ 2 ਦਲਾਂ ਵਿੱਚ ਵੰਡ ਦਿੱਤਾ ਸੀਗਾ। ਠੀਕ ਹੈ, ਨਵਾਬ ਕਪੂਰ ਸਿੰਘ ਨੇ ਵੰਡਿਆ ਸੀਗਾ 1734 ਈਸਵੀ ਦੇ ਵਿੱਚ ਸਿੱਖਾਂ ਨੂੰ 2 ਦਲਾਂ ਵਿੱਚ ਵੰਡਿਆ। ਇੱਕ ਸੀਗਾ ਬੁੱਢਾ ਦਲ, ਦੂਸਰਾ ਸੀਗਾ ਤਰਨਾ ਦਲ। ਇਹਨਾਂ ਵਿੱਚ ਬੁੱਢਾ ਦਲ ਵਿੱਚ ਕੌਣ ਸੀਗੇ ਕਿ 40 ਸਾਲ ਤੋਂ ਵਡੇਰੀ ਉਮਰ ਦੇ ਜੋ ਸੀਗੇ ਉਹ ਸੀਗੇ। ਇਹਨਾਂ ਵਿੱਚ ਇਹ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦੇ ਸੀਗੇ। ਅਤੇ ਤਰਨਾ ਦਲ ਵਾਲੇ ਜਿਹੜੇ ਕਿ 40 ਸਾਲ ਤੋਂ ਘੱਟ ਉਮਰ ਦੇ ਸੀਗੇ, ਇਹ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸੀਗੇ। ਠੀਕ ਹੈ, ਇਹ 2 ਦਲ ਬਣੇ ਹੋਏ ਸੀਗੇ। ਦਲ ਖਾਲਸਾ। 29 ਮਾਰਚ 1748 ਈਸਵੀ ਨੂੰ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਸਰ ਵਿਖੇ ਸਾਰੇ ਸਿੱਖ ਜੱਥਿਆਂ ਨੂੰ 11 ਜਾਂ 12 ਮੁੱਖ ਜੱਥਿਆਂ ਵਿੱਚ ਵੰਡ ਕੇ ਦਲ ਖਾਲਸਾ ਦੀ ਸਥਾਪਨਾ ਕੀਤੀ। ਕਿਉਂਕਿ ਜਦੋਂ ਬੁੱਢਾ ਦਲ ਅਤੇ ਤਰਨਾ ਦਲ ਬਣੇ ਸੀਗੇ, ਉਦੋਂ ਜਦੋਂ ਆਪਾਂ ਡੀਪਲੀ ਪੜ੍ਹਦੇ ਹਾਂ ਤਾਂ ਕਿਤੇ ਸਾਨੂੰ ਪੜ੍ਹਨ ਨੂੰ ਮਿਲਦਾ ਕਿ ਕਿਤੇ ਇਹ 25 ਜੱਥੇ ਸੀਗੇ। ਠੀਕ ਹੈ, ਹੌਲੀ ਹੌਲੀ ਬਾਅਦ 'ਚ 65 ਬਣ ਗਏ। ਇੱਦਾਂ ਕਰਕੇ ਸਾਨੂੰ ਪੜ੍ਹਨ ਨੂੰ ਮਿਲਦਾ। ਪਰ ਨਵਾਬ ਕਪੂਰ ਸਿੰਘ ਨੇ 29 ਮਾਰਚ 1748 ਈਸਵੀ ਨੂੰ ਇਹਨਾਂ ਦੀ ਜਿਹੜੀ ਕੁਆਂਟਿਟੀ ਵਧਾ ਦਿੱਤੀ, ਜਦ ਕਿ ਇਹਨਾਂ ਨੂੰ ਥੋੜ੍ਹੇ ਮਤਲਬ ਕਿ ਘੱਟ ਹਿੱਸਿਆਂ ਵਿੱਚ ਵੰਡ ਦਿੱਤਾ। ਜਾਂ ਤਾਂ 11 12 ਮੇਨ 12 ਮੁੱਖ ਜੱਥੇ ਵੰਡ ਦਿੱਤੇ ਗਏ, ਜਿਨ੍ਹਾਂ ਨੂੰ ਦਲ ਖਾਲਸਾ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਹਨਾਂ ਦਾ ਜੋ ਮੇਨ ਹੈੱਡ ਸੀਗੇ ਉਹ ਨਵਾਬ ਕਪੂਰ ਸਿੰਘ ਸੀਗੇ, ਅਤੇ ਇਹਨਾਂ ਦੇ ਜਿਹੜੇ ਪ੍ਰਧਾਨ ਸੈਨਾਪਤੀ ਸੀ ਉਹ ਸੀਗੇ ਜੱਸਾ ਸਿੰਘ ਆਹਲੂਵਾਲੀਆ। ਐਂਡ ਤੁਸੀਂ ਮੇਨ ਇੰਪੋਰਟੈਂਟ ਯਾਦ ਰੱਖਣਾ ਵਾ ਕਿ ਇਹਨਾਂ ਦੀ ਸਥਾਪਨਾ ਮੇਨ ਸਭ ਤੋਂ ਉੱਪਰ ਕੌਣ ਸੀਗੀ ਜਿਨ੍ਹਾਂ ਨੇ ਦਲ ਖਾਲਸਾ ਸਥਾਪਨਾ ਕੀਤੀ, ਉਹ ਨਵਾਬ ਕਪੂਰ ਸਿੰਘ ਸੀਗੇ। ਅਤੇ ਜਿਹੜੇ ਉਹਨਾਂ ਦੇ ਪ੍ਰਧਾਨ ਸੈਨਾਪਤੀ ਸੀਗੇ ਉਹ ਸੀਗੇ ਜੱਸਾ ਸਿੰਘ ਆਹਲੂਵਾਲੀਆ। ਸੋ ਇਹ ਤੁਹਾਨੂੰ ਕੁਐਸਚਨ ਵੀ ਪੁੱਛ ਸਕਦੇ ਨੇ, ਤੁਸੀਂ ਇੱਦਾਂ ਲਿਖ ਸਕਦੇ ਹੋ। ਸਿੱਖ ਮਿਸਲਾਂ ਦਾ ਜਨਮ। ਦਲ ਖਾਲਸਾ ਦੀ ਇਹ ਜੱਥੇ ਹੌਲੀ ਹੌਲੀ ਸੁਤੰਤਰ ਸਿੱਖ ਮਿਸਲਾਂ ਦਾ ਰੂਪ ਧਾਰਨ ਕਰ ਗਏ। ਠੀਕ ਹੈ, ਅਸੀਂ ਅੱਗੇ ਪੜ੍ਹਦੇ ਹਾਂ ਕਿ ਕਿਵੇਂ ਉਹਨਾਂ ਦਾ ਇੱਕ ਜੋ ਜੱਥਾ ਵਾ ਇੱਕ ਸੈਨਿਕ ਜੱਥੇ ਦੇ ਰੂਪ ਵਿੱਚ ਹੋਂਦ 'ਚ ਆਏ ਨੇ। ਠੀਕ ਹੈ, ਸਭ ਤੋਂ ਪਹਿਲੇ ਆਪਾਂ ਮਿਸਲ ਸ਼ਬਦ ਨੂੰ ਸਮਝ ਲੈਂਦੇ ਹਾਂ ਕਿ ਮਿਸਲ ਸ਼ਬਦ ਦਾ ਅਰਥ ਕੀ ਹੁੰਦਾ ਹੈ। ਸੋ ਮਿਸਲ ਸ਼ਬਦ ਦਾ ਅਰਥ ਹੁੰਦਾ ਹੈ ਬਰਾਬਰ ਜਾਂ ਸਮਾਨ। ਸੋ ਮਿਸਲ ਸ਼ਬਦ ਜੋ ਹੈ ਬੇਸਿਕਲੀ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਅਰਥ ਹੀ ਹੈ ਸਮਾਨ, ਬਰਾਬਰ। ਠੀਕ ਹੈ, ਜਾਂ ਇੱਕ ਸਮਾਨ ਬਿਲਕੁਲ। ਠੀਕ ਹੈ, ਸੋ ਇਹ ਤਾਂ ਮਤਲਬ ਇਹਦਾ ਸ਼ਾਬਦਿਕ ਅਰਥ ਹੋ ਗਿਆ। ਜਦੋਂ ਆਪਾਂ ਮੇਨ ਬੁੱਕ ਦੀ ਗੱਲ ਕਰਦੇ ਹਾਂ ਤਾਂ ਕਈ ਸਾਰੇ ਜੋ ਰਾਈਟਰਸ ਹੈਗੇ ਨੇ ਉਹਨਾਂ ਨੇ ਅਲੱਗ ਅਲੱਗ ਆਪਣੇ ਤੱਥ ਦਿੱਤੇ ਆ।
ਠੀਕ ਹੈ। ਪਰ ਜਿਹੜੀ ਆਪਾਂ ਬੁੱਕ 'ਚ ਦੇਖਦੇ ਹਾਂ ਕਿ ਪਰੰਤੂ ਜਿਹੜਾ ਡਾਕਟਰ ਭਗਤ ਸਿੰਘ ਕਹਿੰਦੇ ਆ ਕਿ ਇਤਿਹਾਸਕਾਰਾਂ ਦੇ ਅਨੁਸਾਰ ਮਿਸਲ ਦਾ ਸ਼ਾਬਦਿਕ ਅਰਥ ਇੱਕ ਫਾਈਲ ਦੇ ਰੂਪ ਵਿੱਚ ਕੁਝ ਨੱਥੀ ਕੀਤੇ ਗਏ ਕਾਗਜ਼ ਪੱਤਰਾਂ ਤੋਂ ਸੀ। ਸੋ ਇਹਨਾਂ ਨੂੰ ਮੈਂ ਡੀਪਲੀ ਤੁਹਾਨੂੰ ਦੱਸਦੀ ਹਾਂ ਕਿ ਐਕਚੁਅਲ 'ਚ ਮਿਸਲ ਸ਼ਬਦ ਕਿਉਂ ਕੀਤਾ ਜਾਂਦਾ ਸੀਗਾ। ਕਿ ਜਦੋਂ ਵੀ ਕੋਈ ਵੀ ਜੇਕਰ ਜੱਥਾ ਸੀਗਾ, ਠੀਕ ਹੈ, ਕੋਈ ਵੀ ਜੇਕਰ ਜੱਥਾ, ਸੈਨਿਕ ਜੱਥਾ ਜੇਕਰ ਕੋਈ ਵਿਜੇ ਜਾਂ अन्य ਕੋਈ ਵੀ ਉਪਲਬਧੀ ਹਾਸਿਲ ਕਰ ਲੈਂਦਾ ਸੀਗਾ ਤੇ ਉਹਦਾ ਪੂਰਾ ਵਿਵਰਣ, ਇੱਕ ਪੂਰਾ ਮਤਲਬ ਕਿ ਉਹਦਾ ਬਾਇਓਡਾਟਾ ਰੱਖਿਆ ਜਾਂਦਾ ਸੀਗਾ ਕਿ ਉਹਨੇ ਇਹ ਚੀਜ਼ ਜਿੱਤੀ ਹੋਈ ਹੈ, ਉਹਨੇ ਇੱਥੇ ਇੱਥੇ ਇਹ ਅਚੀਵਮੈਂਟ ਹਾਸਿਲ ਕੀਤੀ ਆ। ਸੋ ਉਹਨੂੰ ਇੱਕ ਫਾਈਲ, ਠੀਕ ਹੈ, ਇੱਕ ਫਾਈਲ ਦੇ ਰੂਪ ਵਿੱਚ ਜਾਂ ਕਹਿ ਲਓ ਕਿ ਇੱਕ ਮਿਸਲ ਦੇ ਰੂਪ ਵਿੱਚ ਰੱਖਿਆ ਜਾਂਦਾ ਸੀਗਾ। ਠੀਕ ਹੈ, ਉਹ ਇਲਾਕੇ ਦਾ ਨਾਮ ਦਰਜ ਕੀਤਾ ਜਾਂਦਾ ਸੀਗਾ, ਕਿਸ ਜੱਥੇ ਨੇ ਜਿੱਤਿਆ ਵਾ, ਕਿੰਨੇ ਸੈਨਿਕ ਸੀਗੇ, ਅੱਗੋਂ ਉਹਨਾਂ ਨੇ ਹੋਰ ਕਿਹੜੀ ਕਿਹੜੀ ਅਚੀਵਮੈਂਟ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀਆਂ, ਉਹ ਸਾਰੀਆਂ ਇੱਕ ਫਾਈਲ ਦੇ ਰੂਪ ਵਿੱਚ ਅਕਾਲ ਤਖਤ ਵਿੱਚ ਸੁਰੱਖਿਅਤ ਰੱਖੀ ਜਾਂਦੀ ਸੀਗੀ। ਧੀਰੇ ਧੀਰੇ ਇਹੀ ਜੱਥਿਆਂ ਨੂੰ ਮਿਸਲਾਂ ਕਿਹਾ ਜਾਣ ਲੱਗ ਪਿਆ। ਠੀਕ ਹੈ, ਸੋ ਇਹ ਸਾਰੀਆਂ ਹੀ ਮਿਸਲਾਂ ਹੈਗੀਆਂ। ਮਿਸਲਾਂ ਦੀ ਕੁੱਲ ਸੰਖਿਆ ਜਿਹੜੀਆਂ 12 ਸੀਗੀਆਂ, ਜਿਨ੍ਹਾਂ ਵਿੱਚ ਫੈਜ਼ਲਪੁਰੀਆ, ਜਿਹਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਵਾ, ਆਲੂ ਵਾਲੀਆ ਮਿਸਲ, ਭੰਗੀ ਮਿਸਲ, ਸੁੱਕਰਚੱਕੀਆ ਮਿਸਲ, ਰਾਮਗੜੀਆ ਮਿਸਲ, ਕਨ੍ਹਈਆ ਮਿਸਲ, ਫੁਲਕੀਆ ਮਿਸਲ, ਡੱਲੇ ਵਾਲੀਆ ਮਿਸਲ, ਨਕਈ ਮਿਸਲ, ਕਰੋੜ ਸਿੰਘੀਆ ਮਿਸਲ, ਸ਼ਹੀਦ ਮਿਸਲ, ਨਿਸ਼ਾਨ ਵਾਲੀਆ ਮਿਸਲ। ਇਹ ਤੁਹਾਨੂੰ 12 ਦੇ 12 ਮਿਸਲ ਤੇ ਪਤਾ ਹੋਣੇ ਚਾਹੀਦੇ ਆ। ਈਵਨ ਕਿ ਇਹਨਾਂ ਦੇ ਨਾਮ ਕਿੱਦਾਂ ਹੋਂਦ 'ਚ ਆਏ, ਇਹਨਾਂ ਦੇ ਮਤਲਬ ਮੇਨ ਹੈੱਡ ਜਾਂ ਕਹਿ ਦਿਓ ਕਿ ਇਹਨਾਂ ਦਾ ਸੰਸਥਾਪਕ ਜਾਂ ਇਸ ਦਲ ਦਾ ਨੇਤਾ ਕੌਣ ਸੀਗਾ, ਕਿਉਂਕਿ ਹਰ ਇੱਕ ਜਿਵੇਂ ਕਿ 12 ਦਲ ਨੇ, ਹਰ ਇੱਕ ਦੇ ਆਪਣੇ ਅਲੱਗ-ਅਲੱਗ ਨੇਤਾ ਸੀਗੇ। ਜਿਵੇਂ ਕਿ ਫੈਜ਼ਲਪੁਰੀਆ ਦਾ ਅਲੱਗ ਨੇਤਾ ਸੀਗਾ, ਭੰਗੀ ਮਿਸਲ ਦਾ ਅਲੱਗ ਨੇਤਾ ਸੀਗਾ। ਇਹਨਾਂ ਦਾ ਮੇਨ ਹੈੱਡ ਕੌਣ ਸੀਗਾ? ਨਵਾਬ ਕਪੂਰ ਸਿੰਘ। ਤੇ ਉਹਨਾਂ ਨੇ ਆਪਣੀ ਮਤਲਬ ਕਿ ਆਪਣੇ ਇੱਕ ਸੈਕਿੰਡ, ਜਿੱਦਾਂ ਹੁਣ ਆਪਾਂ ਕਹਿੰਦੇ ਨਾ ਇੱਕ ਵਾਈਸ ਪ੍ਰੈਜ਼ੀਡੈਂਟ ਜਾਂ ਉੱਦਾਂ ਹੀ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਸੀਗਾ ਜੱਸਾ ਸਿੰਘ ਆਹਲੂਵਾਲੀਆ ਨੂੰ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਵਾ। ਸੋ ਇਹ 12 ਦੇ 12 ਮਿਸਲ ਹੈ, ਇਹਨਾਂ ਦੇ ਨਾਮ ਯਾਦ ਹੋਣੇ ਚਾਹੀਦੇ ਨੇ। ਠੀਕ ਹੈ, ਸੋ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ। ਇਹ ਵੱਖ-ਵੱਖ ਇਤਿਹਾਸਕਾਰਾਂ ਦੇ ਅਨੁਸਾਰ ਕਈਆਂ ਨੇ ਕਈਆਂ ਨੇ ਇਹਨਾਂ ਨੂੰ ਕਿਹਾ ਵਾ ਕਿ ਇਹ ਜਿਹੜੀ ਮਿਸਲ ਦੀ ਉਤਪੱਤੀ ਆ ਧਰਮ ਦੇ ਤੌਰ 'ਤੇ ਹੋਈ ਆ। ਕਿਸੇ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਇਹ ਸੰਗਠਨ ਦੇ ਰੂਪ ਵਿੱਚ ਹੋਏ ਨੇ, ਕਈਆਂ ਨੇ ਕਿਹਾ ਕਿ ਇਹ ਸਾਮੰਤਵਾਦ ਕਰਨਾ ਚਾਹੁੰਦੇ ਨੇ, ਤੇ ਕਿਸੇ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਇਹ ਸੈਨਿਕਵਾਦ ਵਿੱਚ ਨੇ। ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਧਰਮਤਾਂਤਰਿਕ। ਜੋ ਧਰਮਤਾਂਤਰਿਕ ਦਾ ਮਤਲਬ ਇਹ ਵਾ ਕਿ ਇਹ ਵੀ ਕਿਸੇ ਮਤਲਬ ਕਨਿੰਗਮ ਨਾਮ ਦੇ ਇੱਕ ਰਾਈਟਰ ਨੇ ਇਸ ਬਾਰੇ ਆਪਣੀ ਵਿਚਾਰ ਦਿੱਤੇ ਸੀਗੇ ਕਿ ਉਹਨਾਂ ਦਾ ਕਹਿਣਾ ਵਾ ਕਿ ਇਹ ਜਿਹੜੀ ਮਿਸਲਾਂ ਦਾ ਸੰਗਠਨ ਆ, ਉਹਨਾਂ ਦਾ ਸਰੂਪ ਸਿਰਫ ਧਰਮ ਕਰਕੇ ਆ। ਠੀਕ ਹੈ, ਕਿ ਇਹ ਧਰਮ ਦੀ ਰਾਖੀ ਲਈ ਇਹ ਹੋਂਦ 'ਚ ਆਈਆਂ, ਕਿਉਂਕਿ ਸਾਰੀ ਮਿਸਲਾਂ ਦੇ ਜੋ ਸਰਦਾਰ ਸੀਗੇ ਉਹ ਖਾਲਸਾ ਸੀਗੇ, ਸਿੱਖ ਸੀਗੇ, ਤੇ ਉਹਨਾਂ ਦਾ ਆਪਣੇ ਸਿੱਖ ਧਰਮ ਦੀ ਸਿੱਖਿਆਵਾਂ ਦੇ ਵਿੱਚ ਪੂਰਾ ਵਿਸ਼ਵਾਸ ਸੀਗਾ। ਉਹ ਧਰਮ ਦੇ ਆਧਾਰ 'ਤੇ ਯੁੱਧ ਕਰਦੇ ਸੀਗੇ, ਉਹ ਆਪਣੇ ਆਪ ਨੂੰ ਈਸ਼ਵਰ ਦਾ ਯੋਧਾ ਕਹਿੰਦੇ ਸੀਗੇ। ਠੀਕ ਹੈ, ਸੋ ਜੋ ਵੀ ਉਸ ਟਾਈਮ 'ਤੇ ਦਲ ਖਾਲਸਾ ਦੇ ਜੋ ਅਲੱਗ-ਅਲੱਗ ਜੱਥੇ ਸੀਗੇ, ਕੋਈ ਵੀ ਜਿੱਤ ਪ੍ਰਾਪਤ ਕਰਦੇ ਸੀਗੇ, ਉਹ ਸਮਝਦੇ ਸੀਗੇ ਕਿ ਇਹ ਸਾਡੇ ਪਰਮਾਤਮਾ ਦੀ ਵਿਜੇ ਹੋਈ ਹੈ, ਇਹ ਸਾਡੇ ਵਾਹਿਗੁਰੂ ਜੀ ਦੀ ਫਤਿਹ ਹੋਈ ਹੈ। ਠੀਕ ਹੈ, ਇਹਨਾਂ ਮਿਸਲਾਂ ਦੇ ਮਹੱਤਵਪੂਰਨ ਨਿਰਣय ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਲਏ ਜਾਂਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੰਘੀਆ। ਹੁਣ ਕਿਸੇ ਰਾਈਟਰ ਨੇ ਇਹ ਕਿਹਾ ਵਾ ਕਿ ਇਹ ਮਿਸਲਾਂ ਦਾ ਜੋ ਸੰਗਠਨ ਹੈ ਇੱਕ ਸੰਘੀਆ ਦੇ ਰੂਪ ਵਿੱਚ ਆ, ਜਦਕਿ ਸਿੱਖ ਮਿਸਲਾਂ ਜਿਹੜੀਆਂ ਪੂਰਨ ਰੂਪ ਤੋਂ ਸੁਤੰਤਰ ਨਹੀਂ ਸੀਗੀਆਂ, ਇਹ ਇੱਕ ਤਰ੍ਹਾਂ ਦਾ ਲੂਜ਼ ਜਾਂ ਇੱਕ ਢਿੱਲਾ ਸਾ ਸੰਘ ਸੀਗਾ। ਠੀਕ ਹੈ, ਕਿ ਇੰਨਾ ਵੀ ਪੂਰੀ ਤਰ੍ਹਾਂ ਇਹ ਖੁਦ 'ਚ ਇੰਪਰੂਵ ਨਹੀਂ ਸੀ ਹੋਇਆ। ਠੀਕ ਹੈ, ਕੋਈ ਜੱਥਾ ਬਹੁਤਾ ਕਮਜ਼ੋਰ ਸੀਗਾ, ਕੋਈ ਦੂਸਰਾ ਜੱਥਾ ਆ ਕੇ ਇਹਨੂੰ ਆਪਣੇ ਜੱਥੇ ਦੇ ਨਾਲ ਵਿੱਚ ਮਿਲਾ ਲੈਂਦਾ ਸੀਗਾ। ਇਹ ਵੀ ਚੀਜ਼ ਸਾਨੂੰ ਪੜ੍ਹਨ ਨੂੰ ਮਿਲਦੀ ਹੈ। ਠੀਕ ਹੈ, ਸੋ ਸਿੱਖ ਮਿਸਲਾਂ ਜਿਹੜੀਆਂ ਵਾ ਮੇਨ ਇੱਕ ਗੁਰਮਤਾ ਨਾਮ ਕੇਂਦਰੀ ਸੰਸਥਾ ਦੇ ਅਧੀਨ ਸੀਗੀਆਂ। ਠੀਕ ਹੈ, ਇਹਨਾਂ ਦਾ ਸੰਘ ਇਸ ਚੀਜ਼ ਦੇ ਇੱਕ ਕੇਂਦਰੀ ਸੰਸਥਾ ਦੇ ਅਧੀਨ ਸੀਗਾ। ਜਦੋਂ ਵੀ ਵਿਸਾਖੀ ਤਥਾ ਦੀਵਾਲੀ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਲਈ ਇੱਕ ਵਿਸ਼ਾਲ ਸੰਮੇਲਨ ਆਯੋਜਿਤ ਕੀਤਾ ਜਾਂਦਾ ਸੀਗਾ, ਤੇ ਸਰਬਤ ਖਾਲਸਾ ਉਸ ਜੱਥੇ ਨੂੰ ਉਸ ਸੰਮੇਲਨ ਨੂੰ ਸਰਬਤ ਖਾਲਸਾ ਕਿਹਾ ਜਾਂਦਾ ਸੀਗਾ। ਤੇ ਜੋ ਵੀ ਉਹ ਉਸ ਟਾਈਮ ਨਿਰਣੇ ਲੈਂਦੇ ਸੀਗੇ, ਕੋਈ ਵੀ ਰਣਨੀਤੀਆਂ ਬਣਾਉਂਦੇ ਸੀਗੇ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਹੀ ਸਾਰੀ ਯੋਜਨਾਵਾਂ ਬਣਾਈਆਂ ਜਾਂਦੀਆਂ ਸੀਗੀਆਂ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਸਾਮੰਤਵਾਦ ਕੀ ਹੁੰਦਾ ਹੈ। ਮਿਸਲਾਂ ਦਾ ਜਦੋਂ ਸੰਗਠਨ ਹੋਇਆ ਤੇ ਇਹਨੂੰ ਸਾਮੰਤਵਾਦ ਯਾਨੀ ਕਿ ਜਾਗੀਰਦਾਰੀ, ਉਹਨਾਂ ਦਾ ਕਹਿਣ ਮਤਲਬ ਕਿ ਇਹਦੇ ਵਿੱਚ ਜਾਗੀਰਦਾਰੀ ਜਾਂ ਸਾਮੰਤਵਾਦ ਦੇ ਗੁਣ ਵੀ ਪਾਏ ਜਾਂਦੇ ਆ। ਸਾਮੰਤਵਾਦ ਇੱਕ ਤਰ੍ਹਾਂ ਦੀ ਪ੍ਰਥਾ ਵਾ ਜਿਹਦੇ ਵਿੱਚ ਜਿਹੜਾ ਮਿਸਲ ਪ੍ਰਧਾਨ ਸੈਨਾਪਤੀ ਸੀਗਾ ਜੱਸਾ ਸਿੰਘ ਆਹਲੂਵਾਲੀਆ, ਜਿਹਦੇ ਨੇਤਰਤਵ ਦੇ ਵਿੱਚ ਸਾਰੀ ਕਾਰਵਾਈ ਕੀਤੀ ਜਾਂਦੀ ਸੀਗੀ। ਫਿਰ ਜੋ ਵੀ ਪ੍ਰਦੇਸ਼ ਲੁੱਟਿਆ ਜਾਂਦਾ ਸੀਗਾ ਜਾਂ ਜੋ ਵੀ ਮਾਲ ਆਪਣੇ ਹਿੱਸੇ ਵਿੱਚ ਰੱਖ ਕੇ ਜਾਂ ਆਪਣੇ ਵਿਸ਼ੇਸ਼ ਜੋ ਵੀ ਆਪਣੇ ਹਿੱਸੇ ਵਿੱਚ ਰੱਖ ਕੇ, ਤੇ ਜੋ ਉਹਦਾ ਸ਼ੇਸ਼ ਭਾਗ ਬਚਦਾ ਵਾ, ਜੋ ਹਾਫ ਬਚਦਾ ਵਾ, ਉਹ ਆਪਣੇ ਅਧੀਨ ਮਿਸਲਦਾਰੋਂ ਤਥਾ ਸੈਨਿਕਾਂ ਨੂੰ ਵੰਡ ਦਿੱਤਾ ਜਾਂਦਾ ਸੀਗਾ। ਠੀਕ ਹੈ,
ਇੱਕ ਉਹਨਾਂ ਨੂੰ ਇਨਾਮ ਦੇ ਰੂਪ ਦੇ ਵਿੱਚ ਇਹ ਚੀਜ਼ ਦੇ ਦਿੱਤੀ ਜਾਂਦੀ ਸੀਗੀ, ਸੈਨਿਕਵਾਦ। ਸੈਨਿਕਵਾਦ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕਿਉਂਕਿ ਕਈ ਸਾਰੇ ਮਤਲਬ ਔਥਰਸ ਨੇ ਕਿਹਾ ਵਾ ਕਿ ਇਹ ਸਿਰਫ ਕਿ ਇਹਨਾਂ ਨੇ ਮਤਲਬ ਸੈਨਿਕ ਲਈ ਜਾਂ ਆਪਣੀ ਰਾਜ ਕਰਨ ਲਈ ਇਹ ਚੀਜ਼ ਨੂੰ ਬਣਾਇਆ ਵਾ, ਜਦ ਕਿ ਨਹੀਂ, ਇਹਨਾਂ ਨੇ ਸਿਰਫ ਜੋ ਇਹਨਾਂ ਨਾਲ ਗਲਤ ਹੋਇਆ ਵਾ ਉਸ ਚੀਜ਼ ਲਈ ਇਹਨਾਂ ਨੇ ਉਸ ਚੀਜ਼ ਦਾ ਡਟ ਕੇ ਮੁਕਾਬਲਾ ਕੀਤਾ ਵਾ, ਕਿਉਂਕਿ ਇਹਨਾਂ ਦੀ ਸੈਨਿਕਵਾਦ ਦੇ ਵਿੱਚ ਇਹਨਾਂ ਕੋਲ ਪੈਦਲ ਸੈਨਾ ਸੀ, ਕਿ ਤੋਪਖਾਨਾ ਸੀਗਾ, ਠੀਕ ਹੈ, ਅਤੇ ਅਲੱਗ ਅਲੱਗ ਪ੍ਰਸ਼ਿਕਸ਼ਨ ਵੀ ਦਿੰਦੇ ਸੀ। ਜਦੋਂ ਇਹਨਾਂ ਦੀ ਆਪਾਂ ਸਾਰਾ ਸੈਨਿਕ ਪ੍ਰਬੰਧ ਪੜ੍ਹਦੇ ਹਾਂ ਉਸ ਵਿੱਚ ਇਹ ਚੀਜ਼ ਆ ਜਾਂਦੀ ਹੈ। ਸੋ ਸਿੱਖ ਮਿਸਲਾਂ ਦਾ ਸੰਗਠਨ ਦਾ ਸਰੂਪ ਇਹ ਸਾਰਾ ਸੀਗਾ। ਸੋ ਸਭ ਤੋਂ ਪਹਿਲਾਂ ਮਿਸਲ ਆਉਂਦੀ ਹੈ। ਹੁਣ ਅਸੀਂ ਮਿਸਲਾਂ ਬਾਰੇ ਜਾਣਕਾਰੀ ਬਾਰੇ ਗੱਲ ਕਰਾਂਗੇ ਕਿ ਉਹ 12 ਮਿਸਲਾਂ, ਸਾਨੂੰ 12 ਮਿਸਲਾਂ ਦੇ ਨਾਮ ਯਾਦ ਹੋਣੇ ਚਾਹੀਦੇ, ਕਿਹੜਾ ਉਹਦਾ ਨੇਤਾ ਸੀਗਾ ਅਤੇ ਉਹਦਾ ਨਾਮ ਕਿੱਦਾਂ ਪਿਆ, ਉਸ ਮਿਸਲ ਦਾ ਨਾਮ ਕਿਵੇਂ ਪਿਆ ਵਾ। ਜਿੱਦਾਂ ਕਿ ਸਭ ਤੋਂ ਪਹਿਲੀ ਮਿਸਲ ਆਉਂਦੀ ਹੈ ਸਾਡੇ ਕੋਲ ਫੈਜ਼ਲਪੁਰੀਆ ਮਿਸਲ। ਇਹ ਸਾਰੀ ਮਿਸਲਾਂ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਹੋਣ ਵਾਲੀ ਮਿਸਲ ਸੀਗੀ, ਅਤੇ ਇਹਦਾ ਸੰਸਥਾਪਕ ਕੌਣ ਸੀਗੇ? ਨਵਾਬ ਕਪੂਰ ਸਿੰਘ, ਠੀਕ ਹੈ। ਇਹਨਾਂ ਦਾ ਪ੍ਰਸਿੱਧ ਨੇਤਾ ਵੀ ਨਵਾਬ ਕਪੂਰ ਸਿੰਘ ਸੀਗਾ। ਸਭ ਤੋਂ ਪਹਿਲਾਂ ਮਿਸਲ ਸਥਾਪਿਤ ਹੋਣ ਵਾਲੀ ਸੀ। ਇਹ ਵੀ ਤੁਹਾਨੂੰ 1 ਨੰਬਰ ਦਾ ਕੁਐਸਚਨ ਪੁੱਛ ਸਕਦੇ ਨੇ, ਠੀਕ ਹੈ। ਸੋ ਇਹਦੀ ਸਥਾਪਨਾ ਇਹਦਾ ਨਾਮ ਫੈਜ਼ਲਪੁਰੀਆ ਕਿਵੇਂ ਪਿਆ? ਕਿਉਂਕਿ ਜੋ ਨਵਾਬ ਕਪੂਰ ਸਿੰਘ ਸੀਗੇ ਉਹਨਾਂ ਨੇ ਫੈਜ਼ਲਪੁਰ ਨਾਮਕ ਗਾਂਵ 'ਤੇ ਅਧਿਕਾਰ ਕਰ ਲਿੱਤਾ ਸੀਗਾ, ਇਸ ਕਰਕੇ ਇਸ ਮਿਸਲ ਦਾ ਨਾਮ ਫੈਜ਼ਲਪੁਰੀਆ ਮਿਸਲ ਪੈ ਗਿਆ। ਇਸ ਮਿਸਲ ਦੇ ਹੋਰ ਵੀ ਨੇਤਾ ਸੀਗੇ ਅੱਗੇ ਜਦੋਂ ਨਵਾਬ ਕਪੂਰ ਸਿੰਘ ਤੋਂ ਬਾਅਦ, ਜਿਵੇਂ ਕਿ ਖੁਸ਼ਹਾਲ ਸਿੰਘ, ਬੁੱਧ ਸਿੰਘ। ਰਾਜਧਾਨੀ ਇਹਨਾਂ ਦੀ ਜਲੰਧਰ ਸੀਗੀ, ਅਤੇ ਇਹਨਾਂ ਦੇ ਅਧੀਨ ਖੇਤਰ ਜਲੰਧਰ, ਸਿੰਘਪੁਰਾ, ਪੱਟੀ, ਨੂਰਪੁਰ ਅਤੇ ਬਹਿਰਾਮਪੁਰ ਆਉਂਦੇ ਸੀਗੇ। ਮੇਨ ਤੁਹਾਨੂੰ ਸੰਸਥਾਪਕ ਨਾਮ ਯਾਦ ਹੋਣਾ ਚਾਹੀਦਾ ਵਾ, ਕਿਹੜੇ ਪਿੰਡ ਕਾਰਨ ਜਾਂ ਕਿਹੜੀ ਚੀਜ਼ ਕਾਰਨ ਇਹਨਾਂ ਦਾ ਨਾਮ, ਇਹ ਮਿਸਲ ਦਾ ਨਾਮ ਇਹ ਪਿਆ ਹੋਇਆ ਵਾ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਇਹਨਾਂ ਦਾ ਪ੍ਰਸਿੱਧ ਨੇਤਾ ਕੌਣ ਸੀਗਾ ਅਤੇ ਹੋਰ ਨੇਤਾ ਕੌਣ ਸੀਗਾ, ਤੁਹਾਨੂੰ ਮੇਨ ਇਹ ਚੀਜ਼ ਯਾਦ ਹੋਣੀ ਚਾਹੀਦੀ ਆ, ਠੀਕ ਹੈ। ਮੇਨ ਇੰਪੋਰਟੈਂਟ ਇਹੀ ਆ, ਸੰਸਥਾਪਕ ਕੌਣ ਸੀਗਾ, ਪ੍ਰਸਿੱਧ ਨੇਤਾ ਕੌਣ ਸੀਗਾ, ਮਤਲਬ ਕਿ ਉਸ ਮੇਨ ਚੀਜ਼ ਕੌਣ, ਮਤਲਬ ਕਿ ਮੇਨ ਇਸ ਦਲ ਦਾ ਮੁੱਢ ਕੌਣ ਹੈ, ਠੀਕ ਹੈ। ਹੋਰ ਨੇਤਾ ਕੌਣ ਹੈ, ਅਤੇ ਇਸ ਮਿਸਲ ਦਾ ਨਾਮ ਕਿਉਂ ਪਿਆ, ਇਹ ਚੀਜ਼ ਕਿਉਂ ਪਈ, ਕਿਸੇ ਪਿੰਡ ਕਾਰਨ ਜਾਂ ਕਿਸੇ ਵਿਅਕਤੀ ਦੀ ਆਦਤ ਕਾਰਨ, ਠੀਕ ਹੈ, ਕਿਸੇ ਵੀ ਤਰੀਕੇ ਕਾਰਨ ਇਸ ਮਿਸਲ ਦਾ ਨਾਮ ਇਹ ਚੀਜ਼ ਕਿਉਂ ਪਈ। ਇਹ 3-4 ਚੀਜ਼ਾਂ ਸਾਨੂੰ ਯਾਦ ਹੋਣੀ ਚਾਹੀਦੀਆਂ ਨੇ, ਠੀਕ ਹੈ। ਨਵਾਬ ਕਪੂਰ ਸਿੰਘ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਨਵਾਬ ਕਪੂਰ ਸਿੰਘ ਦਾ ਜੋ ਜਨਮ ਸੀਗਾ 1697 ਈਸਵੀ ਤੋਂ ਲੈ ਕੇ 1753 ਈਸਵੀ ਤੱਕ ਰਿਹਾ ਵਾ। ਇਹਨਾਂ ਦਾ ਜਨਮ ਅਤੇ ਬਚਪਨ, ਠੀਕ ਹੈ, ਇਹਨਾਂ ਦਾ ਜਨਮ ਜਿਹੜਾ ਸੀਗਾ ਸ਼ੇਖੂਪੁਰਾ ਪਰਗਨਾ ਦੇ ਕਲੋਕਾ ਨਾਮਕ ਗਾਂਵ ਵਿੱਚ ਹੋਇਆ ਸੀਗਾ। ਇਹਨਾਂ ਦੇ ਪਿਤਾ ਜੋ ਸੀਗੇ ਚੌਧਰੀ ਦਲੀਪ ਸਿੰਘ ਸੀਗੇ, ਵਿਰਕ ਗਾਂਵ ਦੇ ਇੱਕ ਸਧਾਰਨ ਜੱਟ ਸੀਗੇ, ਠੀਕ ਹੈ। ਨਵਾਬ ਦਾ ਖਿਤਾਬ ਜਿਹੜਾ ਮਿਲਣਾ ਇਹਨਾਂ ਨੂੰ 1733 ਈਸਵੀ ਦੇ ਵਿੱਚ, ਜੇਕਰ ਤੁਸੀਂ ਪਿੱਛੇ ਚੈਪਟਰ ਪੜ੍ਹੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ, ਪ੍ਰੀਵੀਅਸ ਵੀਡੀਓ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ 1733 ਈਸਵੀ ਦੇ ਵਿੱਚ ਇਹਨਾਂ ਨੂੰ ਇੱਕ ਖਿਤਾਬ ਮਿਲਿਆ ਸੀਗਾ ਨਵਾਬ ਕਪੂਰ ਦਾ, ਠੀਕ ਹੈ। ਸੋ ਇਹਨਾਂ ਨੇ ਹੋਰ ਕੀ ਕੀਤਾ, ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਨਵਾਬ ਕਪੂਰ ਸਿੰਘ ਨੇ ਕੀ ਕੁਛ ਕੀਤਾ। ਸਭ ਤੋਂ ਪਹਿਲਾਂ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈਗਾ ਵਾ। ਇਹਨਾਂ ਨੇ ਬੁੱਢਾ ਦਲ ਤਰੁਣਾ ਦਲ ਦਾ ਗਠਨ ਕੀਤਾ 1734 ਈਸਵੀ ਨੂੰ। ਸਰਹਿੰਦ 'ਤੇ ਹਮਲਾ 1736 ਈਸਵੀ ਨੂੰ। ਨਾਦਰ ਸ਼ਾਹ ਦੇ ਹਮਲੇ ਸਮੇਂ 1739 ਈਸਵੀ ਨੂੰ, ਅਤੇ ਦਲ ਖਾਲਸਾ ਦੀ ਸਥਾਪਨਾ 29 ਮਾਰਚ 1748 ਈਸਵੀ ਨੂੰ। ਇਹ ਤੁਹਾਨੂੰ ਸਾਰਾ ਯਾਦ ਹੋਣਾ ਚਾਹੀਦਾ ਵਾ, ਠੀਕ ਹੈ, ਕਿਉਂਕਿ ਇਹਦੇ 'ਚ ਕੁਐਸਚਨ ਵੀ ਪੁੱਛ ਸਕਦੇ ਜਾਂ ਤੁਹਾਨੂੰ 3 ਮਾਰਕਸ ਦਾ ਕੁਐਸਚਨ ਵੀ ਪੁੱਛ ਸਕਦੇ ਆ। ਜੇਕਰ ਤੁਸੀਂ ਡੇਟ ਰੱਖਦੇ ਹੋ ਤਾਂ ਬਹੁਤ ਵਧੀਆ ਵਾ, ਜੇਕਰ ਤੁਹਾਨੂੰ ਥਿਊਰੀ ਬੇਸ 'ਤੇ ਪੂਰਾ ਅੱਛੇ ਤਰੀਕੇ ਨਾਲ ਆਉਂਦਾ ਵਾ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ, ਤੁਹਾਨੂੰ ਮਾਰਕਸ ਮਿਲ ਜਾਣਗੇ, ਠੀਕ ਹੈ। ਆਹਲੂਵਾਲੀਆ ਮਿਸਲ। ਆਹਲੂਵਾਲੀਆ ਮਿਸਲ ਦਾ ਨਾਮ ਜੋ ਹੈ ਇਹ ਬੇਸਿਕਲੀ ਆਹਲੂ ਨਾਮਕ ਗਾਂਵ ਤੋਂ ਹੀ ਪਿਆ ਵਾ, ਜੋ ਕਿ ਇਹਨਾਂ ਦੇ ਪੂਰਵਜ ਸੀਗੇ ਉਹ ਆਹਲੂ ਨਾਮਕ ਗਾਂਵ ਦੇ ਵਿੱਚ ਰਹਿੰਦੇ ਸੀਗੇ, ਇਸ ਕਰਕੇ ਇਸ ਮਿਸਲ ਦਾ ਨਾਮ ਆਹਲੂਵਾਲੀਆ ਪੈ ਗਿਆ, ਠੀਕ ਹੈ। ਆਹਲੂਵਾਲੀਆ ਦਾ ਜਨਮ ਜੋ ਹੈ 1718 ਈਸਵੀ ਨੂੰ ਹੋਇਆ ਸੀਗਾ। ਇਸ ਮਿਸਲ ਦੇ ਸੰਸਥਾਪਕ ਜੱਸਾ ਸਿੰਘ ਆਹਲੂਵਾਲੀਆ ਨੇ, ਠੀਕ ਹੈ। ਪ੍ਰਸਿੱਧ ਨੇਤਾ ਜੱਸਾ ਸਿੰਘ ਆਹਲੂਵਾਲੀਆ ਨੇ। ਹੋਰ ਨੇਤਾ ਕੌਣ ਸੀਗੇ? ਭਾਗ ਸਿੰਘ, ਫਤਿਹ ਸਿੰਘ, ਨਿਹਾਲ ਸਿੰਘ। ਇਹਨਾਂ ਦੀ ਰਾਜਧਾਨੀ ਕਪੂਰਥਲਾ ਵਾ। ਅਧੀਨ ਖੇਤਰ ਕਿਹੜੇ ਸੀਗੇ? ਕਪੂਰਥਲਾ, ਨੂਰ ਮਹਿਲ, ਤਲਵੰਡੀ, ਫਗਵਾੜਾ, ਹੁਸ਼ਿਆਰਪੁਰ ਅਤੇ ਸੁਲਤਾਨਪੁਰ। ਮੇਲ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਕਿਸ ਕਾਰਨ ਇਹਦਾ ਨਾਮ ਆਹਲੂਵਾਲੀਆ ਮਿਸਲ ਪਿਆ, ਸੰਸਥਾਪਕ ਕੌਣ ਸੀਗਾ, ਪ੍ਰਸਿੱਧ ਨੇਤਾ ਅਤੇ ਹੋਰ ਨੇਤਾ ਕਿਹੜੇ ਸੀਗੇ, ਠੀਕ ਹੈ। ਜੱਸਾ ਸਿੰਘ ਆਹਲੂਵਾਲੀਆ ਬਾਰੇ ਆਪਾਂ ਗੱਲ ਕਰਦੇ ਹਾਂ। ਇਹਨਾਂ ਦਾ ਜਨਮ ਅਤੇ ਬਚਪਨ, ਜਿਵੇਂ ਕਿ 1718 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਵਾ ਅਤੇ 1783 ਈਸਵੀ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀਗੀ, ਠੀਕ ਹੈ। ਨਾਦਰ ਸ਼ਾਹ ਦਾ ਹਮਲਾ ਅਤੇ ਜੱਸਾ ਸਿੰਘ, ਇਹ ਜਿਹੜੇ ਆਪਾਂ ਪ੍ਰੀਵੀਅਸ ਚੈਪਟਰ ਪੜ੍ਹੇ ਹੋਏ ਉਹਦੇ ਵਿੱਚ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਹ ਪੁਆਇੰਟ ਕਿਸ ਚੀਜ਼ ਬਾਰੇ ਹੈ,
ਠੀਕ ਹੈ। ਐਮਨਾਬਾਦ ਦੀ ਲੁੱਟ 1746 ਈਸਵੀ ਨੂੰ, ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣ ਦੇ ਵਿੱਚ 1747 ਈਸਵੀ ਨੂੰ, ਰਾਮਰੋਣੀ ਕਿਲ੍ਹੇ ਦੀ ਸਥਾਪਨਾ 1748 ਈਸਵੀ ਨੂੰ। ਆਈ ਥਿੰਕ ਆਪਾਂ ਪ੍ਰੀਵੀਅਸ ਚੈਪਟਰ ਦੇ ਵਿੱਚ ਆਹ ਵਾਲਾ ਪੁਆਇੰਟ ਡਨ ਕੀਤਾ ਹੋਇਆ ਹੈ, ਠੀਕ ਹੈ। ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਸੀਗੇ, ਬਿਲਕੁਲ। ਜੱਸਾ ਸਿੰਘ ਬੰਦੀ ਛੋੜ ਅਬਦਾਲੀ ਦਾ 5ਵਾਂ ਹਮਲਾ, ਲਾਹੌਰ 'ਤੇ ਕਬਜ਼ਾ 1761 ਈਸਵੀ ਨੂੰ, ਸੁਲਤਾਨ ਉਲ ਕੌਮ, ਵੱਡਾ ਘੱਲੂਘਾਰਾ, ਸਰਹਿੰਦ 'ਤੇ ਕਬਜ਼ਾ। ਇਹ ਡੇਟਸ ਜਾਂ ਤੁਹਾਨੂੰ ਜੋ ਵੀ ਥਿਊਰੀ ਆਉਂਦੀ ਹੈ ਤੁਸੀਂ ਪੇਪਰ ਦੇ ਵਿੱਚ ਐਗਜ਼ਾਮ ਦੇ ਵਿੱਚ ਲਿਖ ਸਕਦੇ ਹੋ, ਠੀਕ ਹੈ, ਜਾਂ ਕਿਸੇ ਲੌਂਗ ਕੁਐਸਚਨ ਦੇ ਵਿੱਚ ਐਡ ਕਰ ਸਕਦੇ ਹੋ। ਭੰਗੀ ਮਿਸਲ, ਭੰਗੀ ਮਿਸਲ ਦੇ ਜੋ ਮੇਨ ਸੰਸਥਾਪਕ ਸੀਗੇ ਉਹ ਜੱਸਾ ਸਿੰਘ ਸੀਗੇ। ਕਨਫਿਊਜ਼ ਨਹੀਂ ਹੋ ਜਾਣਾ, ਇਹ ਜੋ ਮਿਸਲ ਸਥਾਪਿਤ ਕੀਤੀ ਸੀਗੀ ਉਹ ਛੱਜਾ ਸਿੰਘ ਜੀ ਨੇ ਕੀਤੀ ਸੀਗੀ, ਠੀਕ ਹੈ। ਇਹਨਾਂ ਦਾ ਪ੍ਰਸਿੱਧ ਨੇਤਾ ਹਰੀ ਸਿੰਘ ਸੀਗਾ, ਠੀਕ ਹੈ। ਇਸ ਮਿਸਲ ਦਾ ਨਾਮ ਭੰਗੀ ਮਿਸਲ ਕਿਉਂ ਪਿਆ? ਕਿਉਂਕਿ ਹਰੀ ਸਿੰਘ ਜੋ ਸੀਗੇ ਇਹਨਾਂ ਨੂੰ ਭੰਗ ਪੀਣ ਦੀ ਆਦਤ ਸੀਗੀ, ਇਸ ਕਰਕੇ ਇਸ ਮਿਸਲ ਦਾ ਨਾਮ ਭੰਗੀ ਮਿਸਲ ਪੈ ਗਿਆ, ਠੀਕ ਹੈ। ਇਹ ਚੀਜ਼ ਬਿਲਕੁਲ ਯਾਦ ਰੱਖਣੀ ਹੈ ਕਿ ਇਹਦਾ ਦਾ ਸੰਸਥਾਪਕ ਛੱਜਾ ਸਿੰਘ ਸੀਗਾ ਤੇ ਇਹਨਾਂ ਦਾ ਪ੍ਰਸਿੱਧ ਨੇਤਾ ਹਰੀ ਸਿੰਘ ਸੀਗਾ। ਇਸ ਮਿਸਲ ਦੇ ਹੋਰ ਵੀ ਕਈ ਨੇਤਾ ਨੇ, ਠੀਕ ਹੈ, ਤੇ ਇਹਨਾਂ ਦੀ ਰਾਜਧਾਨੀ ਅੰਮ੍ਰਿਤਸਰ ਸੀਗੀ ਤੇ ਇਹਨਾਂ ਦੇ ਅਧੀਨ ਖੇਤਰ ਅੰਮ੍ਰਿਤਸਰ, ਤਰਨਤਾਰਨ, ਲਾਹੌਰ, ਗੁਜਰਾਤ, ਸ਼ਾਹਪੁਰ ਤੇ ਸਿਆਲਕੋਟ ਸੀਗੇ, ਠੀਕ ਹੈ। ਸੋ ਜਦੋਂ ਅਸੀਂ ਬਰੀਫ ਦੇ ਵਿੱਚ ਹਿਸਟਰੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵਾ ਕਿ ਹਰੀ ਸਿੰਘ ਦੀ ਮ੍ਰਿਤੂ ਤੋਂ ਬਾਅਦ ਉਹਨਾਂ ਦਾ ਬੇਟਾ ਸੀਗਾ, ਪੁੱਤਰ ਜੋ ਝੰਡਾ ਸਿੰਘ ਸੀਗਾ, ਉਹ ਇਹ ਭੰਗੀ ਮਿਸਲ ਦਾ ਨੇਤਾ ਬਣਿਆ, ਠੀਕ ਹੈ। ਉਹਨਾਂ ਨੇ ਅਫਗਾਨਾਂ ਨੂੰ ਪਰਾਜਿਤ ਕਰਕੇ ਮੁਲਤਾਨ 'ਤੇ ਅਧਿਕਾਰ ਕਰ ਲਿਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਉਸਦੀ ਰਾਮਨਗਰ ਦੇ ਇੱਕ ਸ਼ਾਸਕ ਦੇ ਨਾਲ ਲੜਾਈ ਹੋਈ ਸੀਗੀ, ਜਿਸ ਵਿੱਚ ਉਹਨੇ ਰਾਮਨਗਰ ਦੇ ਉਸ ਸ਼ਾਸਕ ਨੂੰ ਹਰਾ ਦਿੱਤਾ ਸੀਗਾ ਤੇ ਉਸ ਨੂੰ ਉਸ ਸਮੇਂ ਇੱਕ ਜਮਜਮਾ ਤੋਪ ਪ੍ਰਾਪਤ ਹੋਈ ਸੀਗੀ, ਜਿਨ੍ਹਾਂ ਨੂੰ ਭੰਗੀਆਂ ਦੀ ਤੋਪ ਕਿਹਾ ਜਾਂਦਾ ਸੀਗਾ, ਠੀਕ ਹੈ। ਰਾਮਗੜੀਆ ਮਿਸਲ,